ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ। ਮਨ ਹਾਜ਼ਰ ਹੋਵੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ, ਤਾਂ ਇਹ ਜੁੜੇਗਾ ਇੱਕ ਓਅੰਕਾਰ ਜੀ ਨਾਲ। ਕਿਉਂਕਿ ਗੁਰੂ ਘਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਜਦੋਂ ਪੜ੍ਹੋ, ਪਹਿਲੇ ਅੰਗ 'ਤੇ ਹੀ ਸਤਿਗੁਰਾਂ ਨੇ ਅਕਾਲ ਪੁਰਖ ਜੀ ਦਾ ਨਾਮ ਲਿਆ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਜੋ ਜੋ ਗੁਰਬਾਣੀ ਨਾਲ ਜੁੜ ਜਾਂਦੇ ਹਨ, ਉਹਨਾਂ ਦੀ ਸੁਰਤ, ਉਹਨਾਂ ਦਾ ਮਨ ਅਕਾਲ ਅਕਾਲ ਜਪਣ ਲੱਗ ਪੈਂਦਾ ਹੈ, ਸਤਨਾਮ ਸ੍ਰੀ ਵਾਹਿਗੁਰੂ ਜਪਣ ਲੱਗ ਪੈਂਦਾ ਹੈ। ਉਹਨਾਂ ਦਾ ਸਰੀਰ ਜਿਹੜਾ ਹੈ ਮਿੱਟੀ ਦਾ ਪੁਤਲਾ, ਜਿਹਦੇ ਵਿੱਚ ਬੜਾ ਵੱਡਾ ਪਿੰਡ ਵਸਿਆ ਹੋਇਆ ਹੈ। ਬੰਦਾ ਕਹਿ ਦਿੰਦਾ ਹੈ ਮੈਂ ਬੰਦਾ ਹਾਂ, ਪਰ ਇਸ ਬੰਦੇ ਨੂੰ ਸਤਿਗੁਰਾਂ ਨੇ ਬੜੇ ਵੱਡੇ ਪਿੰਡ ਦੀ ਸ਼ਕਲ ਦਿੱਤੀ ਹੈ। 9 ਦੁਆਰੇ ਹਨ, ਕੰਨ ਹਨ, ਅੱਖਾਂ ਹਨ, ਨਾਸਕਾ ਹਨ, ਨੱਕ ਜਿਹੜਾ ਹੈ, ਜੀਭਾ ਹੈ, ਗੁਪਤ ਇੰਦਰੀਆਂ ਹਨ, ਹੱਥ ਹਨ, ਪੈਰ ਹਨ, 20 ਉਂਗਲਾਂ ਹਨ। ਇਹਨਾਂ ਸਾਰਿਆਂ ਨੂੰ ਚਾਹੀਦਾ ਹੈ ਹੱਥ ਵੀ ਪਵਿੱਤਰ ਰਹਿਣ, ਅੱਖਾਂ ਵੀ ਪਵਿੱਤਰ ਰਹਿਣ, ਕੰਨ ਵੀ ਪਵਿੱਤਰ ਰਹਿਣ, ਜੀਭਾ ਵੀ ਪਵਿੱਤਰ ਰਵੇ। ਨਾਮ ਕਹਿਤ ਗੋਬਿੰਦ ਕਾ ਸੋਚੀ ਭਈ ਰਸਨਾ, ਇਹ ਵੀ ਸੋਚੀ ਰਵੇ। ਪੈਰ ਵੀ ਚੰਗੇ ਪਾਸੇ ਚੱਲ ਕੇ ਜਾਣ। ਇਹ ਸਾਰਿਆਂ ਪਾਸਿਆਂ ਵਾਲੇ ਮਨ ਧਿਆਨ ਮਾਰੇ ਤਾਂ ਜਾ ਕੇ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਓਲਾ ਜਿਹਾ ਬਣਿਆ ਰਹਿੰਦਾ ਹੈ ਮੈਂ ਬੰਦਾ ਹਾਂ, ਲੇਕਿਨ ਐਡਾ ਵੱਡਾ ਪਿੰਡ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਂ ਪਿਓ ਦੀ ਬਿੰਦ ਤੋਂ ਇਹ ਪਿੰਡ ਬਣਾਇਆ। 9-10 ਮਹੀਨੇ ਮਾਂ ਨੇ ਕੁੱਖ ਵਿੱਚ ਰੱਖਿਆ। ਦਸਵੀਂ ਮਾਸੀ ਬਾਲਕ ਜਨਮ ਲਿਆ। ਇਸ ਪਿੰਡ ਦੀ ਰਚਨਾ ਕੀਤੀ ਜਿੱਥੇ ਕੋਈ ਵੀ ਨਹੀਂ ਸੀ, ਜਿੱਥੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਸਨ ਇਸ ਜੀਵ ਨੂੰ ਸਜਾਉਣ ਵਾਲੇ। ਅੱਖਾਂ ਲਾ ਕੇ, ਕੰਨ ਲਾ ਕੇ, ਨੱਕ ਲਾ ਕੇ ਇਹ ਕਰਮਿੰਦਰੇ ਬਣਾ ਦਿੱਤੇ। ਕੰਨ ਆਪਣਾ ਦੋਵੇਂ ਕੰਮ ਆਪਣਾ ਕਰਮ ਕਰਦੇ ਹਨ, ਸੁਣਦੇ ਹਨ। ਜੇ ਤਾਂ ਚੰਗਾ ਸੁਣਦੇ ਹਨ ਤਾਂ ਇਹਨਾਂ ਦਾ ਕਰਮ ਚੰਗਾ ਹੈ, ਜੇ ਗੁਰਬਾਣੀ ਨੂੰ ਸੁਣਦੇ ਹਨ ਤਾਂ ਇਹਨਾਂ ਦਾ ਕਰਮ ਚੰਗਾ ਹੈ, ਜੇ ਨਿੰਦਾ ਚੁਗਲੀ ਸੁਣਦੇ ਹਨ ਤਾਂ ਇਹਨਾਂ ਦਾ ਕਰਮ ਮਾੜਾ ਹੈ। ਅੱਖਾਂ ਜੇ ਚੰਗਾ ਤੱਕਦੀਆਂ ਹਨ, ਆਪਣੇ ਗੁਰੂ ਦੇ ਦੀਦਾਰ ਕਰਦੀਆਂ ਹਨ ਤਾਂ ਇਹਨਾਂ ਦਾ ਕਰਮ ਚੰਗਾ ਹੈ। ਜੇ ਅੱਖਾਂ ਭੈੜਾ ਤੱਕਦੀਆਂ ਹਨ, ਮਾੜਾ ਤੱਕਦੀਆਂ ਹਨ, ਮੰਦਾ ਤੱਕਦੀਆਂ ਹਨ ਤਾਂ ਇਹਨਾਂ ਦਾ ਕਰਮ ਮੰਦਾ ਹੈ। ਜੀਭਾ ਜੇ ਪਾਠ ਕਰਦੀ ਹੈ, ਗੁਰਬਾਣੀ ਪੜ੍ਹਦੀ ਹੈ, ਜ਼ਰੂਰੀ ਗੱਲਾਂ ਜਿਹੜੀਆਂ ਹਨ
ਸਿਰਫ ਉਹੀ ਉਹ ਕਰਦੀ ਹੈ ਜਿਹੜੀਆਂ ਬਣਦੀਆਂ ਹਨ, ਜਿਸ ਕਰਕੇ ਅਕਾਲ ਪੁਰਖ ਜੀ ਨੂੰ, ਵਾਹਿਗੁਰੂ ਜੀ ਨੇ ਇਸ ਨੂੰ ਜੀਭ ਨੂੰ ਲਾਇਆ ਹੈ ਦੁਨੀਆ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਵਾਸਤੇ, ਸੱਚ ਬੋਲਣ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ, ਨਾਮ ਜਪਣ ਵਾਸਤੇ, ਸੁੱਚੀ ਰਹਿਣ ਵਾਸਤੇ। ਨਾਮ ਕਹਿਤ ਗੋਬਿੰਦ ਕਾ ਸੋਚੀ ਭਈ ਰਸਨਾ, ਸੁੱਚੀ ਰੱਖਣ ਵਾਸਤੇ ਇਸ ਨੂੰ ਨਾਮ ਦਿੱਤਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਪੈਰ ਚੰਗੇ ਰਾਹ ਤੇ ਕੰਮਾਂ ਕਾਰਾਂ ਤੇ ਜਾਂਦੇ ਹਨ, ਕਿਰਤ ਬਿਰਤ ਕਰਦੇ ਹਨ। ਹੱਥ ਜਿਹੜੇ ਹਨ ਮੰਦਿਆਂ ਕੰਮਾਂ ਲਈ ਨਹੀਂ ਦਿੱਤੇ, ਕਿਰਤ ਵਾਸਤੇ ਦਿੱਤੇ ਹਨ, ਕਮਾਈ ਕਰਨ ਵਾਸਤੇ ਦਿੱਤੇ ਹਨ। ਕਿਰਤ ਬਿਰਤ ਕਰ ਧਰਮ ਦੀ, ਇਹਨਾਂ ਹੱਥਾਂ ਨਾਲ ਕਿਰਤ ਕਰ, ਧਰਮ ਦੀ ਕਿਰਤ ਕਰ। ਇਹ ਹੱਥ ਲਾਏ ਹਨ ਕਿਰਤ ਕਰਨ ਵਾਸਤੇ, ਕਮਾਈ ਕਰਨ ਵਾਸਤੇ, ਮਾੜੇ ਕੰਮ ਕਰਨ ਵਾਸਤੇ ਨਹੀਂ ਲਾਏ। ਜਿਵੇਂ ਜਿਵੇਂ ਗੁਰਬਾਣੀ ਪੜ੍ਹਦਾ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਜਿਵੇਂ ਜਿਵੇਂ ਮਨ ਵਿੱਚ ਵਸਾਉਂਦਾ ਹੈ, ਬਿੰਦ ਤੇ ਜਿਨ ਪਿੰਡ ਕੀਆ, ਮਾਂ ਤੇ ਪਿਓ ਦੀ ਬਿੰਦ ਤੋਂ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਪਿੰਡ ਬਣਾਇਆ, 20 ਉਂਗਲਾਂ ਬਣਾਈਆਂ ਪੈਰਾਂ ਦੀਆਂ, ਹੱਥਾਂ ਦੀਆਂ, ਜਿਹਨੂੰ ਕਹੀਦਾ ਸੀ ਪਹਿਲਿਆਂ ਸਮਿਆਂ ਵਿੱਚ 10 ਨਹੁੰਆਂ ਦੀ ਕਿਰਤ ਬੰਦਾ ਕਰਦਾ ਹੈ। ਹੁਣ ਦੁਨੀਆ ਭੁੱਲ ਭੁਲਾ ਗਈ ਹੈ ਉਸ ਉਪਦੇਸ਼ ਨੂੰ। ਰਹਿਤਨਾਮਿਆਂ ਵਿੱਚ ਵੀ ਹੈ 10 ਨਖ ਜੋ ਕਾਰ ਕਮਾਵੇ, 10 ਨਹੁੰਆਂ ਨਾਲ ਜਿਹੜਾ ਕਿਰਤ ਕਰੇ 10। ਆ ਜਿਹੜੀਆਂ ਉਂਗਲਾਂ ਲੱਗੀਆਂ ਹੋਈਆਂ ਹਨ, 9 ਲੱਗੇ ਹੋਏ ਹਨ, ਹੱਥ ਲੱਗੇ ਹੋਏ ਹਨ, ਇਹਨਾਂ ਨੂੰ ਬੰਦਾ ਇੰਪਿਓਰ ਕਰਮ ਕਰਕੇ, ਪਾਪ ਕਰਕੇ, ਮੰਦੇ ਕਰਮ ਕਰਕੇ ਇਹਨਾਂ ਹੱਥਾਂ ਨੂੰ ਇੰਪਿਓਰ ਕਰ ਲੈਂਦਾ ਹੈ, ਮਾੜੇ ਕਰ ਲੈਂਦਾ ਹੈ। ਭੈੜੇ ਕੰਮਾਂ ਨਾਲ ਇਹ ਭੈੜੇ ਹੋ ਜਾਂਦੇ ਹਨ। ਗੁਰੂ ਘਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਦੋਂ ਪਰਿਕਰਮਾ ਵਿੱਚ ਪੋਚੇ ਮਾਰਦੇ ਹਨ, ਇਹ ਪਵਿੱਤਰ ਹੋ ਜਾਂਦੇ ਹਨ। ਚਰਨ ਧੂੜ ਜਦੋਂ ਮੱਥੇ ਤੇ ਲਾਉਂਦੇ ਹਨ, ਉਦੋਂ ਇਹਨਾਂ ਵਿੱਚ ਪਵਿੱਤਰਤਾ ਆ ਜਾਂਦੀ ਹੈ। ਹੋਏ ਪਵਿੱਤਰ ਚਰਨ ਹੈ ਧੂਰੀ। ਗੁਰਬਾਣੀ ਅਕਾਲ ਪੁਰਖ ਜੀ ਨਾਲ ਜੋੜਦੀ ਹੈ। ਦਾਸ ਕੋਲ ਜਨਮ ਸਾਖੀ ਹੈ ਭਾਈ ਸਾਹਿਬ ਜੀ, ਭਾਈ ਬਾਲਾ ਜੀ ਵਾਲੀ। ਜੋ ਜੋ ਧੰਨ 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 ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕਿਉਂਕਿ ਦੂਸਰੇ ਪਾਤਸ਼ਾਹ ਆਖਿਆ ਕਰਦੇ ਸਨ, ਭਾਈ ਬਾਲਾ ਤੂੰ ਸਤਿਗੁਰਾਂ ਦੀ ਸੇਵਾ ਕੀਤੀ ਹੈ, ਸਤਿਗੁਰਾਂ ਨੇ ਕਿਵੇਂ ਕਿਵੇਂ ਸੰਸਾਰ ਨੂੰ ਤਾਰਿਆ ਹੈ, ਸਾਨੂੰ ਵੀ ਦੱਸਣਾ ਕਰ। ਤੇ ਜੋ ਜੋ ਭਾਈ ਬਾਲਾ ਜੀ ਨੇ ਤੱਕਿਆ ਸੀ ਸੋ ਦੱਸਦੇ ਰਹੇ ਹਨ। ਪੈੜਾ ਮੋਖਾ ਸੁਲਤਾਨਪੁਰ ਵਾਲੇ ਤਿਵੇਂ ਤਿਵੇਂ ਲਿਖਦੇ ਗਏ ਹਨ, ਜਿਸ ਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਦੂਰ ਨਾ ਜਾਵਾਂ, ਇਹੋ ਪੱਟੀ ਜੋ ਜਨਮ ਸਾਖੀ ਵਿੱਚ ਉਚਾਰਨ ਕੀਤੀ ਹੋਈ ਦਾ ਆਸਰਾ ਪੜ੍ਹ ਰਿਹਾ ਹੈ। ਗੁਰਬਾਣੀ ਦੇ ਅੱਖਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ। ਸਿੱਖ ਤਾਈਓ ਹੈ ਜੇ ਸਿੱਖਿਆ ਦੀ ਵਿਚਾਰ ਕਰਦਾ ਹੈ। ਸਿੱਖਿਆ ਗੁਰ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਜੇ ਕਰਦਾ ਹੈ ਤਾਂ ਸਿੱਖ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜਿੰਨੇ ਵੀ ਗੁਰਮੁਖੀ ਦੇ ਅੱਖਰ ਹਨ, ਸਾਰੇ ਮਨ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਹਰ ਇੱਕ ਦੇ ਕੋਲ ਹੈ ਵਾਹਿਗੁਰੂ ਜੀ ਦਾ ਦਿੱਤਾ ਹੋਇਆ। ਇਹ ਭਾਗਾਂ ਦੀ ਖੇਡ ਹੈ। ਕੋਈ ਗੁਰਬਾਣੀ ਵੱਲ ਲੱਗ ਜਾਂਦਾ ਹੈ, ਕੋਈ ਮੰਦੇ ਪਾਸੇ ਲੱਗ ਜਾਂਦਾ ਹੈ, ਕੋਈ ਭੈੜੇ ਪਾਸੇ ਲੱਗ ਜਾਂਦਾ ਹੈ,
ਕੋਈ ਸੇਵਾ ਵੱਲ ਲੱਗ ਜਾਂਦਾ ਹੈ। ਇਹ ਆਪੋ ਆਪਣੇ ਕਰਮ ਹਨ। ਕੰਨਾਂ ਦਾ ਆਪਣਾ ਕਰਮ ਹੈ, ਚੰਗਾ ਸੁਣਨਾ ਹੈ ਕਿ ਮਾੜਾ ਸੁਣਨਾ ਹੈ, ਗੁਰਬਾਣੀ ਸੁਣਨੀ ਹੈ ਕਿ ਨਿੰਦਿਆ ਸੁਣਨੀ ਹੈ। ਅੱਖਾਂ ਦਾ ਆਪਣਾ ਕਰਮ ਹੈ, ਗੁਰੂ ਵੱਲ ਜਾ ਕੇ ਗੁਰੂ ਦੇ ਦਰਸ਼ਨ ਕਰਨੇ ਹਨ ਜਾਂ ਇਹਨਾਂ ਅੱਖਾਂ ਨਾਲ ਹੋਰ ਮੰਦਾ ਚੰਗਾ ਤੱਕਣਾ ਹੈ। ਨੱਕ ਦਾ ਆਪਣਾ ਕਰਮ ਹੈ, ਚਰਨ ਕਮਲਾਂ ਦੀ ਜਾ ਕੇ ਵਾਸ਼ਨਾ ਲੈਣੀ ਹੈ ਜਾਂ ਇਹਨਾਂ ਨੱਕਾਂ ਦੇ ਨਾਲ, ਇਹ ਜਿਹੜੇ ਦੋ ਹੋਲ ਹਨ, ਨੱਕ ਹੈ, ਇਹਦੇ ਨਾਲ ਦੁਰਗੰਧ ਨੂੰ ਪ੍ਰਾਪਤ ਕਰਨਾ ਹੈ। ਇਹ ਭਾਗਾਂ ਦੀ ਖੇਡ ਹੈ। ਜੀਭਾ ਦਾ ਆਪਣਾ ਕਰਮ ਹੈ, ਗੁਰਬਾਣੀ ਪੜ੍ਹਨੀ ਹੈ ਕਿ ਦੂਜਿਆਂ ਦਾ ਬੁਰਾ ਜੀਭਾ ਨਾਲ ਬੋਲਣਾ ਹੈ, ਮੰਦਾ ਆਖਣਾ ਹੈ, ਝਗੜਾ ਪਵਾਉਣਾ ਹੈ। ਜੇ ਗੁਰਬਾਣੀ ਪੜ੍ਹੇਗਾ ਤੇ ਗੁਰਬਾਣੀ ਰੋਕ ਦੇਵੇਗੀ, ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ, ਕਿਸੇ ਨੂੰ ਮੰਦਾ ਨਾ ਕਹਿ। ਜੀਭ ਦਾ ਆਪਣਾ ਕਰਮ ਹੈ, ਪੈਰਾਂ ਦਾ ਆਪਣਾ ਕਰਮ ਹੈ, ਹੱਥਾਂ ਦਾ ਆਪਣਾ ਕਰਮ ਹੈ। ਇਹ ਸਾਰੇ ਕਰਮ ਇੰਦਰੀ ਹਨ। ਦਾਸ ਜਨਮ ਸਾਖੀ ਵਿੱਚੋਂ ਪੜ੍ਹ ਰਿਹਾ ਹੈ। ਤੁਹਾਡੇ ਕੋਲ ਜੇ ਜਨਮ ਸਾਖੀ ਹੈ, ਭਾਈ ਜਵਾਹਰ ਸਿੰਘ, ਕਿਰਪਾਲ ਸਿੰਘ, ਉਹਨਾਂ ਦੀ ਫਾਰਮ ਦੀ ਪ੍ਰਿੰਟਡ ਕੀਤੀ ਹੋਈ ਦਾਸ ਦੇ ਹੱਥ ਵਿੱਚ ਹੈ। ਜੇ ਨਹੀਂ ਵੀ ਤੁਸੀਂ ਇੱਥੋਂ ਪੜ੍ਹਨਾ ਤਾਂ ਅੰਗ ਹੈ 432। ਪੱਟੀ ਜਿਹੜੀ ਉਚਾਰਨ ਕੀਤੀ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਤੁਸੀਂ ਉੱਥੋਂ ਪੜ੍ਹੋ। ਇੱਕ ਇੱਕ ਅੱਖਰ ਆਪ ਜੀ ਨੂੰ ਗਿਆਨ ਬਖਸ਼ਿਸ਼ ਕਰੇਗਾ, ਗਿਆਨ ਦਾ ਦੀਵਾ ਬਾਲ ਦੇਵੇਗਾ, ਅੰਧੇਰਾ ਚਲਾ ਜਾਵੇਗਾ। ਕਮਰੇ ਵਿੱਚ ਬੱਤੀ ਜਗਾਓ, ਦੀਵਾ ਜਗਾਓ, ਸਾਰਾ ਕੁਝ ਦਿਸਣ ਲੱਗ ਪੈਂਦਾ ਹੈ। ਇਹ ਬੰਦੇ ਦੀ ਬੋਡੀ, ਇਹ ਦੇਹ ਵੀ ਕਮਰਾ ਹੈ, ਇਹਦੇ ਵਿੱਚ ਹਨੇਰਾ ਹੀ ਹਨੇਰਾ ਫੈਲਿਆ ਹੋਇਆ ਹੈ, ਅੰਧਕਾਰ, ਹਨੇਰਾ ਹੀ ਹਨੇਰਾ ਹੈ। ਜਦੋਂ ਤੱਕ ਗੁਰਬਾਣੀ ਦਾ ਦੀਵਾ ਨਹੀਂ ਬਲਦਾ, ਉਦੋਂ ਤੱਕ ਹਨੇਰਾ ਨਹੀਂ ਜਾਂਦਾ। ਦੀਵਾ ਬਲੇ, ਅੰਧੇਰਾ ਜਾਏ। ਵੇਦ ਪਾਠ ਮਤ ਪਾਪਾਂ ਖਾਏ, ਗੁਰਬਾਣੀ ਪੜ੍ਹੋ, ਜਪਜੀ ਸਾਹਿਬ ਜੀ ਪੜ੍ਹੋ, 5 ਬਾਣੀਆਂ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਕਰੋ, ਹਨੇਰਾ ਚਲਾ ਜਾਵੇਗਾ। ਆਪਾਂ ਪੜ੍ਹ ਰਹੇ ਸੀ, ਨੰਨੇ ਨਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ, ਨਹ ਤੋਂ ਬਿਨਾ ਪਤੀ ਤੋਂ ਬਿਨਾ ਕੋਈ ਨਹੀਂ ਪੁੱਛਦਾ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ, ਆਪਣੇ ਪਤੀ ਬਿਨਾ ਕੋਈ ਨਹੀਂ ਪੁੱਛਦਾ। ਬਿਨ ਆਪਣੇ ਨਾ ਹੈ ਕੋਈ ਨਾ ਚਾਹੇ। ਭਾਵੇਂ ਜਿੰਨੀ ਮਰਜ਼ੀ ਦੁਨੀਆ ਹੋਵੇ, ਆਪਣੇ ਖਸਮ ਬਿਨਾ, ਆਪਣੇ ਵਾਹਿਗੁਰੂ ਬਿਨਾ, ਆਪਣੇ ਅਕਾਲ ਪੁਰਖ ਬਿਨਾ, ਆਪਣੇ ਹਸਬੈਂਡ ਬਿਨਾ, ਆਪਣੇ ਟਰੂ ਹਸਬੈਂਡ ਬਿਨਾ, ਵਾਹਿਗੁਰੂ ਜੀ ਬਿਨਾ ਕੋਈ ਕਿਸੇ ਨੂੰ ਨਹੀਂ ਪੁੱਛਦਾ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨ ਕਬ ਹੋਂ ਮੈਂ ਮਿਲਿਆ। ਇਹ ਤੁਸੀਂ ਸੁਣ ਚੁੱਕੇ ਹੋ। ਪੱਪੈ ਪਾਤਸ਼ਾਹੋ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਵਾਹਿਗੁਰੂ ਜੀ ਨੇ ਆਪ ਹੀ ਇਹ ਪਰਪੰਚ, ਇਹ ਲੀਲਾ ਰਚੀ ਹੋਈ ਹੈ। ਦੇਖ ਵੀ ਰਹੇ ਹਨ ਦੁਨੀਆ ਦੇ ਜੀਵ ਕੀ ਪੈ ਕਰਦੇ ਹਨ। ਦੇਖੈ ਬੂਝੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਿਹਾ। ਉਹ ਬੰਦੇ ਅੰਦਰ ਵੀ ਹਨ, ਬੰਦੇ ਦੇ ਬਾਹਰ ਵੀ ਸਭ ਕੁਝ ਦੇਖ ਰਹੇ ਹਨ ਤੇ ਸੰਭਾਲ ਵੀ ਰਹੇ ਹਨ। ਸੂਰਜ ਦਿੱਤਾ ਹੋਇਆ ਹੈ, ਚੰਦਰਮਾ ਦਿੱਤਾ ਹੋਇਆ ਹੈ, ਦਿਨ ਦਿੱਤਾ ਹੋਇਆ ਹੈ, ਰਾਤ ਦਿੱਤੀ ਹੋਈ ਹੈ ਆਰਾਮ ਕਰਨ ਵਾਸਤੇ। ਬੰਦਾ ਆਰਾਮ ਨਾ ਕਰੇ ਤਾਂ ਇਸ ਦੀ ਆਪਣੀ ਮਰਜ਼ੀ ਹੈ। ਆਪਣੇ ਲਈ ਇਹ ਦੁੱਖ ਆਪ ਇਕੱਠੇ ਕਰਦਾ ਹੈ। ਰਾਤ ਵਿਸ਼ਰਾਮ ਕਰਨ ਵਾਸਤੇ ਹੈ, ਮਨ ਨੂੰ ਵਿਸ਼ਰਾਮ ਨਹੀਂ ਦਿੰਦਾ। ਫਾਫੈ ਫਾਹੀ ਸਭ ਜਗ ਫਾਸਾ, ਸਾਰਾ ਜਗਤ ਲਾਲਚ ਦੀ ਫਾਹੀ ਦੇ ਵਿੱਚ, ਲੋਭ ਦੀ ਫਾਹੀ ਦੇ ਵਿੱਚ ਫਸਿਆ ਹੋਇਆ ਹੈ। ਤੇ ਜਦੋਂ ਜ਼ਿੰਦਗੀ ਮੁੱਕ ਜਾਵੇਗੀ ਤੇ ਜਿਹੜੇ ਜਿਹੜੇ ਭੈੜੇ ਕਰਮ ਕੀਤੇ ਹਨ,
ਜਮ ਸੰਗਲਾਂ ਨਾਲ ਬੰਨ ਕੇ ਲੈ ਜਾਣਗੇ। ਜਮ ਕੈ ਸੰਗਲ ਬੰਧ ਲਿਆ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ। ਡਰੀਏ ਉਸ ਪਰਮਾਤਮਾ ਤੋਂ, ਉਹ ਕਰਮ ਕਰੀਏ ਜਿਹਦੇ ਨਾਲ ਫੱਫੈ ਅੱਖਰ ਦੁਆਰਾ ਸਿੱਖਿਆ ਮਿਲ ਰਹੀ ਹੈ ਕਿ ਸਾਨੂੰ ਫਸਣਾ ਨਾ ਪਵੇ, ਸਾਨੂੰ ਜੰਮ ਦੀ ਫਾਹੀ ਨਾ ਸਾਡੇ ਗਲ ਵਿੱਚ ਪੈ ਜਾਵੇ। ਫੱਫੈ ਅੱਖਰ ਦੁਆਰਾ ਧੰਨ ਗੁਰੂ ਨਾਨਕ ਦੇਵ ਜੀ ਜੋ ਪੱਟੀ ਲਿਖੀ ਹੈ, ਅੰਗ ਹੈ 432 432, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਹੁਕਮ ਕਰਦੇ ਹਨ, ਐਸਾ ਕੰਮ ਕਦੀ ਨਾ ਕਰੋ, ਜਪਦੇ ਰਿਹਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀ ਪ੍ਰੋਟੈਕਸ਼ਨ ਹੋ ਜਾਵੇਗੀ, ਤੁਸੀਂ ਬਚ ਜਾਓਗੇ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਨਾਗਤ ਭਜ ਪਿਆ। ਜਿਹੜੇ ਗੁਰੂ ਵੱਲ ਦੌੜ ਦੌੜ ਕੇ ਜਾਣਗੇ ਉਹ ਬਚ ਜਾਣਗੇ, ਉਬਰ ਜਾਣਗੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਭੱਜ ਪਿਆ, ਦੌੜ ਦੌੜ ਕੇ ਜਾ ਕੇ ਸਾਧ ਸੰਗਤ ਵਿੱਚ ਹਾਜ਼ਰੀ ਭਰਨਗੇ ਜਾਂ ਆਪਣੇ ਮਨ ਨੂੰ ਸਾਧਣਗੇ, ਗੁਰੂ ਦੇ ਲੜ ਲੱਗ ਕੇ। ਗੁਰ ਪ੍ਰਸਾਦੀ ਸੇ ਨਰ, ਨਰ ਅਸੀਂ ਹਾਂ। ਸਾਨੂੰ ਨਰ ਵੀ ਕਹਿੰਦੇ ਨੇ, ਬੰਦਾ ਵੀ ਕਹਿੰਦੇ ਨੇ, ਹਿਊਮਨ ਬੋਡੀ ਵੀ ਕਹਿੰਦੇ ਨੇ, ਬੜੇ ਮਾਨਸ ਵੀ ਕਹਿੰਦੇ ਨੇ ਗੁਰਬਾਣੀ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਹੁਕਮ ਕੀਤਾ ਹੈ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਬੋ। ਉਹ ਬਚ ਜਾਂਦੇ ਹਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਭੱਜ ਪੈਂਦੇ ਹਨ, ਚਲੇ ਜਾਂਦੇ ਹਨ, ਆ ਜਾਂਦੇ ਹਨ। ਬੱਬੇ ਬਾਜੀ ਖੇਲਣ ਲਾਗਾ, ਹੁਣ ਬੱਬੇ ਅੱਖਰ ਦੁਆਰਾ ਸਮਝਾਉਂਦੇ ਹਨ ਇਹ ਦੁਨੀਆ ਵੀ ਇੱਕ ਬਾਜੀ ਹੈ, ਇੱਕ ਖੇਡ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਕਈ ਬਾਜੀਆਂ ਪਾਉਂਦੇ ਹਨ, ਕੋਈ ਜਿੱਤ ਜਾਂਦਾ ਹੈ, ਕੋਈ ਹਾਰ ਜਾਂਦਾ ਹੈ। ਇਹ ਚਾਰ ਯੁੱਗ ਬਣਾਏ ਹਨ, ਚਾਰ ਖਾਣੀਆਂ ਬਣਾਈਆਂ ਹਨ, ਚਾਰ ਬਾਣੀਆਂ ਬਣਾਈਆਂ ਹਨ। ਨਿਤਨੇਮ ਦੀਆਂ 5 ਬਾਣੀਆਂ ਵੱਖਰੀਆਂ ਹਨ। ਬੱਬੇ ਬਾਜੀ ਖੇਲਣ ਲਾਗਾ, ਬੱਬੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ ਪੱਟੀ ਜੋ ਲਿਖੀ ਹੈ 432 ਅੰਗ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤੇ 14-15 ਅੰਗ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਦਾ। ਵਾਹਿਗੁਰੂ ਜੀ ਨੇ ਇਹ ਚੌਪੜ ਬਣਾਇਆ ਹੈ। ਸਤਿਯੁਗ, ਤ੍ਰੇਤਾ, ਦੁਆਪਰ, ਹੁਣ ਕਲਯੁਗ ਹੈ। ਦੁਨੀਆ ਦੇ ਜੀਵ ਖੇਡਾਂ ਪਏ ਖੇਡਦੇ ਹਨ। ਇਹ ਭਾਗਾਂ ਦੀ ਖੇਡ ਹੈ, ਕੌਣ ਜਿੱਤਦਾ ਹੈ। ਚੰਗੇ ਕਰਮ ਕਰਕੇ, ਕੌਣ ਮਾੜੇ ਕਰਮ ਕਰਕੇ ਹਾਰ ਜਾਂਦਾ ਹੈ ਇਸ ਦੁਨੀਆ ਤੋਂ। ਨਾਮ ਤੋਂ ਬਿਨਾਂ ਐਵੇਂ ਹੀ ਚਲਾ ਜਾਂਦਾ ਹੈ। ਸੋ ਨਾਮ ਜਪਣਾ ਚਾਹੀਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਜੀ ਅਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲਗਾ। ਹੁਣ ਸਤਿਗੁਰੂ ਜੀ ਸਮਝਾਉਂਦੇ ਹਨ, ਇਸ ਖੇਡ ਵਿੱਚ ਵਾਹਿਗੁਰੂ ਜੀ ਆਪ ਹੀ ਹਰ ਪਾਸੇ ਪਸਰੇ ਹੋਏ ਹਨ। ਜੀਵ ਜੰਤੂ ਬਣਾਏ ਹਨ, 4 ਯੁੱਗ ਬਣਾਏ ਹਨ, 4 ਖਾਣੀਆਂ, 4 ਬਾਣੀਆਂ। ਇਹ ਦੁਨੀਆ 84 ਦੇ ਗੇੜ ਵਿੱਚ ਪਈ ਰਹਿੰਦੀ ਹੈ। ਕਥਾ ਹੋਰ ਵੀ ਲੰਬੀ ਹੈ, ਪਰ ਉਹੀਓ ਬਚਦੇ ਹਨ ਜਿਹੜੇ ਆਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ। ਆਪਣਾ ਪਾਸਾ ਗੁਰੂ ਵੱਲ ਜੋੜ ਲੈਂਦੇ ਹਨ, ਤੇ ਜਿਹੜੇ ਆਪਣਾ ਪਾਸਾ ਮੰਦਿਆਂ ਪਾਸਿਆਂ ਵੱਲ ਜੋੜ ਲੈਂਦੇ ਹਨ ਉਹਨਾਂ ਨੂੰ ਮੰਦੇ ਕਰਮਾਂ ਦੇ ਮੰਦੇ ਫਲ ਮਿਲਦੇ ਹਨ। ਕਿਉਂਕਿ ਜੋ ਬੀਜਾਂਗੇ ਆਪੇ ਬੀਜ ਆਪੇ ਹੀ ਖਾਓ। ਜੀ ਜੰਤ ਜਿੰਨੇ ਵੀ ਬਣਾਏ ਹਨ, ਜੀ ਜੰਤ ਸਭ ਸਾਰੀ ਕੀਤੇ। ਇਹ ਜੋ ਸਾਰੀ ਸ੍ਰਿਸ਼ਟੀ ਬਣਾਈ ਹੈ, ਪਾਸਾ ਢਾਲਣ ਆਪ ਲੱਗਾ। ਆਪ ਹੀ ਕਈਆਂ ਨੂੰ ਦੂਰ ਕਰ ਦਿੰਦੇ ਹਨ, ਕਈਆਂ ਨੂੰ ਨੇੜੇ ਕਰ ਲੈਂਦੇ ਹਨ। ਡਰੀਏ ਵਾਹਿਗੁਰੂ ਜੀ ਤੋਂ। ਇਹ 4 ਯੁੱਗਾਂ ਦੀ ਜਿਤਨੀ ਖਲਕਤ ਹੈ, ਜਿਤਨੇ ਜੀਵ ਹਨ, ਆਪੋ ਆਪਣੇ ਕਰਮਾਂ ਅਨੁਸਾਰ
84 ਦੇ ਗੇੜ ਵਿੱਚ ਵੀ ਆਪ ਹੀ ਪੈ ਜਾਂਦੇ ਹਨ, ਐਸੇ ਕਰਮ ਕਰ ਕਰਕੇ। ਬੱਬੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ। ਅੱਗੋਂ ਭੱਬੇ ਅੱਖਰ ਦੁਆਰਾ ਸਮਝਾਉਂਦੇ ਹਨ। ਭੱਬੈ ਭਲ ਹੈ ਸੇ ਫਲ ਪਾਵ ਹੈ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਭੱਬੇ ਅੱਖਰ ਦੁਆਰਾ ਸਮਝਾਉਂਦੇ ਹਨ। ਭੱਬੈ ਭਲ ਹੈ, ਜਿਹੜੇ ਭਾਲਦੇ ਹਨ ਸਾਧ ਸੰਗਤ ਸਤਿਗੁਰੂ ਜੀ ਦੇ ਹੁਕਮ ਨੂੰ ਲੱਭਦੇ ਹਨ, ਸੇਵਾ ਨੂੰ ਲੱਭਦੇ ਹਨ, ਸਿਮਰਨ ਨੂੰ ਲੱਭਦੇ ਹਨ, ਸਾਧ ਸੰਗਤ ਨੂੰ ਲੱਭਦੇ ਹਨ, ਦੌੜ ਦੌੜ ਕੇ ਜਾਂਦੇ ਹਨ, ਢੂੰਡਦੇ ਫਿਰਦੇ ਹਨ ਗੁਰੂ ਦੇ ਦਰ ਨੂੰ। ਉਹਨਾਂ ਨੂੰ ਨਾਮ ਦਾ ਫਲ ਮਿਲ ਜਾਂਦਾ ਹੈ। ਉਹ ਜਪਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਪਰ ਜਪਦੇ ਉਹ ਹਨ ਜਿਨ੍ਹਾਂ ਦੇ ਮਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਕਲਗੀਆਂ ਵਾਲੇ, ਬਾਜਾਂ ਵਾਲੇ ਦਾ, ਸਤਿਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਉ ਜਿਨ੍ਹਾਂ ਦੇ ਮਨ ਵਿੱਚ ਪੈ ਜਾਂਦਾ ਹੈ, ਡਰ ਜਿਨ੍ਹਾਂ ਦੇ ਮਨ ਵਿੱਚ, ਪਿਆਰ ਜਿਨ੍ਹਾਂ ਦੇ ਮਨ ਵਿੱਚ ਆ ਜਾਂਦਾ ਹੈ, ਅਦਬ ਸਤਕਾਰ ਆ ਜਾਂਦਾ ਹੈ। ਗੁਰ ਪ੍ਰਸਾਦੀ ਜਿਨ ਕੋ ਭਉ ਪਿਆ, ਉਹ ਲੱਭਦੇ ਹਨ। ਭੱਬਾ ਅੱਖਰ ਸਮਝਾਉਂਦਾ ਹੈ ਤੇ ਫਲ ਵੀ ਪਾ ਲੈਂਦੇ ਹਨ ਤੇ ਜਪਦੇ ਵੀ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਜਿੰਨੇ ਯਤਨ ਕਰਦੇ ਹਨ ਗੁਰੂ ਘਰ ਵੱਲ, ਸਾਧ ਸੰਗਤ ਵੱਲ, ਆਪਣੇ ਗੁਰੂ ਦੇ ਵੱਲ, ਉਹਦਾ ਫਲ ਉਹਨਾਂ ਨੂੰ ਮਿਲਦਾ ਹੀ ਮਿਲਦਾ ਹੈ। ਇੱਕ ਤਿਲ ਨਹੀਂ ਭੰਨੇ ਘਾਲੇ, ਇੱਕ ਤਿਲ ਜਿੰਨੀ ਵੀ ਉਹਨਾਂ ਦੀ ਕੀਤੀ ਹੋਈ ਸੇਵਾ ਬਿਰਥੀ ਨਹੀਂ ਜਾਂਦੀ। ਮਨਮੁਖ ਫਿਰ ਹੈ ਨਾ ਚੇਤਹਿ ਮੂੜੇ, ਲੱਖ 84 ਫੇਰ ਪਿਆ। ਤੇ ਜਿਹੜੇ ਮਨ ਦੇ ਪਿੱਛੇ ਚੱਲਦੇ ਹਨ ਉਹਨਾਂ ਨੂੰ ਮਨ ਮੁਖ ਕਹਿੰਦੇ ਹਨ। ਉਹ ਮਨ ਵੱਲ ਉਹਨਾਂ ਨੇ ਆਪਣਾ ਮੁਖ ਕੀਤਾ ਹੋਇਆ ਹੁੰਦਾ ਹੈ। ਜੋ ਮਨ ਕਹਿੰਦਾ ਹੈ, ਵਿਸ਼ੇ ਵਿਕਾਰ, ਠੱਗੀਆਂ, ਕਿਤਨਾ ਕੁਝ ਹੈ, ਤੁਸੀਂ ਸਿਆਣੇ ਹੋ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਜਿਵੇਂ ਜ਼ਿਮੀਂਦਾਰ ਖੇਤੀ ਜਿਹੜੀ ਬੀਜਦਾ ਹੈ ਉਹ ਫਲ ਉਹਦੇ ਅੱਗੇ ਆ ਜਾਂਦਾ ਹੈ। ਬੋਰੀਆਂ ਭਰ ਕੇ, ਟਰਾਲੀਆਂ ਭਰ ਕੇ ਆਪਣੇ ਘਰ ਚੁੱਕ ਲਿਆਉਂਦਾ ਹੈ, ਮੰਡੀਆਂ ਵਿੱਚ ਲੈ ਜਾਂਦਾ ਹੈ। ਮਨਮੁਖ ਦੁੱਖ ਕਾ ਖੇਤ ਹੈ, ਮਨਮੁਖ ਦਾ ਖੇਤ ਜਿਹੜਾ ਹੈ, ਬੋਡੀ ਦਾ, ਦੇਹ ਦਾ, ਤਨ ਦਾ, ਇਹਦੇ ਵਿੱਚ ਦੁੱਖ ਹੀ ਬੀਜਦਾ ਰਹਿੰਦਾ ਹੈ ਭੈੜੇ ਕਰਮ ਕਰ ਕਰਕੇ। ਮਨਮੁਖ ਫਿਰ ਹੈ ਨਾ ਚੇਤ ਹੈ ਮੂੜੇ, ਇਹ ਮੂੜ ਮਨ ਮਾੜਿਆਂ ਪਾਸਿਆਂ ਤੋਂ ਆਪਣੇ ਚਿੱਤ ਨੂੰ ਫੇਰਦਾ ਨਹੀਂ, ਮੋੜਦਾ ਨਹੀਂ, ਹੋੜਦਾ ਨਹੀਂ। ਇਹਦੇ ਅੱਗੇ 84 ਲੱਖ ਜੂਨ ਦਾ ਜੰਮਣਾ ਮਰਨਾ ਫੇਰ ਜਿਹੜਾ ਹੈ ਉਹ ਤਿਆਰ ਹੈ। ਲੱਖ 84 ਫੇਰ ਪਿਆ, ਫਿਰ ਪੈ ਜਾਂਦਾ ਹੈ ਉਸੇ ਟੋਭੇ ਵਿੱਚ 84 ਲੱਖ ਜੂਨ ਵਿੱਚ। ਹੁਣ ਮੰਮੇ ਅੱਖਰ ਦੁਆਰਾ ਸਮਝਾਉਂਦੇ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਮੰਮੈ ਮੋਹ ਮਰਨ ਮਧਸੂਦਨ, ਮਰਨ ਭਇਆ ਤਬ ਚੇਤਵਿਆ। ਮੰਮੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ, ਸੰਸਾਰ ਦਾ ਲਾਲਚ ਜਿਹੜਾ ਹੈ, ਮਾਇਕ ਮੋਹ ਜਿਹੜਾ ਹੈ, ਅੰਤ ਤੱਕ ਮਾਇਆ ਮੋਈ ਨਾ ਮਨ ਮੂਆ। ਨਾ ਮਾਇਆ ਮਰੀ ਨਾ ਮਨ ਮਰਿਆ। ਬਚਪਨ ਵੀ ਚਲਾ ਗਿਆ, ਜਵਾਨੀ ਵੀ ਚਲੇਗੀ, ਬੁਢੇਪਾ ਵੀ ਆ ਗਿਆ, ਮਨ ਨਹੀਂ ਮਰਿਆ, ਨਾ ਮਾਇਆ ਮਰੀ ਹੈ, ਫਿਰ ਵੀ ਪੱਲਿਆਂ ਵਿੱਚ ਬੰਨੀ ਹੋਈ ਹੈ। ਜਦੋਂ ਉਹ ਦਿਨ ਆ ਗਿਆ, ਹੁਣ ਕਹਿੰਦਾ ਹੈ ਮੈਂ ਜਪ ਲਵਾਂ, ਪਰ ਕਿੱਥੇ ਜਪਿਆ ਜਾਣਾ ਉਸ ਵੇਲੇ। ਮੰਮੈ ਮੋਹ ਮਰਨ ਮਧਸੂਦਨ, ਮਰਨ ਭਇਆ ਤਬ ਚੇਤਵਿਆ। ਵਾਹਿਗੁਰੂ ਵਿਸਰ ਗਏ ਮੰਮਾ ਅੱਖਰ ਸਮਝਾਉਂਦਾ ਹੈ। ਵਾਹਿਗੁਰੂ ਜੀ ਦਾ, ਮਧਸੂਦਨ ਜੀ ਦਾ ਮੋਹ ਨਾ ਰਿਹਾ। ਦੁਨੀਆ ਦੇ ਨਾਲ ਹੀ ਮੋਹ ਪਾ ਕੇ ਜ਼ਿੰਦਗੀ ਦੇ ਦਿਨ ਸਾਰੇ ਐਵੇਂ ਲਗਾ ਦਿੱਤੇ। ਉਹ ਮੰਮਾ ਅੱਖਰ ਜਿਹੜਾ ਸੀ ਵਾਹਿਗੁਰੂ ਜੀ ਨਾਲ ਮੋਹ ਕਰਨ ਵਾਲਾ, ਉਹ ਵਿਸਰ ਗਿਆ, ਭੁੱਲ ਗਿਆ। ਅੱਗੋਂ ਯਯੈ ਜਨਮ ਨ ਹੋਵੀ ਕਦਹੀ, ਜੇ ਕਰ ਸੱਚ ਪਛਾਣੈ। ਜਨਮ ਸਾਖੀ ਭਾਈ ਬਾਲਾ ਵਾਲੀ ਜੀ ਦਾ ਅੰਗ ਹੈ 14 ਤੇ 15, ਦਾਸਰਾ ਪੜ੍ਹ ਰਿਹਾ ਹੈ।
ਤੁਸੀਂ ਜਨਮ ਸਾਖੀ ਪੜ੍ਹੋ ਤੇ ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ 432 ਅੰਗ ਹੈ, ਉੱਥੇ ਜਾ ਕੇ ਦਰਸ਼ਨ ਕਰੋ ਤਾਂ ਵੀ ਇਹ ਸਾਰੀ ਗੁਰਬਾਣੀ ਮਿਲ ਜਾਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ। ਜੈ ਜਨਮ ਨ ਹੋਵੀ ਕਦ ਹੀ, ਜੇਕਰ ਸੱਚ ਪਛਾਣੈ। ਯਈਆ ਅੱਖਰ ਸਮਝਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਰਹੇ ਹਨ, ਮੁਕਤੀ ਮਿਲ ਜਾਵੇਗੀ। 84 ਲੱਖ ਜੂਨ ਵਿੱਚ ਜਨਮ ਨਹੀਂ ਹੋਵੇਗਾ ਮੁੜ ਕੇ ਕਿਸੇ ਵੀ ਮਾਂ ਦੀ ਕੁੱਖ ਤੋਂ। ਮਹਾਰਾਜ ਦੇ ਚਰਨਾਂ ਵਿੱਚ ਥਾਂ ਮਿਲ ਜਾਵੇਗੀ। ਪਰ ਜੇ ਮਹਾਰਾਜ ਨਾਲ ਸੱਚ ਨਾਲ ਪਛਾਣ ਕਰ ਲਵੇ, ਦੁਨੀਆ ਸਾਰੀ ਨੂੰ ਪਛਾਣ ਲਵੇ ਕਿ ਇਹਦੇ ਵਿੱਚੋਂ ਸਭ ਕੁਝ ਸੁਪਨਾ ਹੈ, ਅਗਰ ਕੋਈ ਸੱਚ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਓੰਕਾਰ ਜੀ, ਸਤਨਾਮ ਜੀ। ਜਿਨ੍ਹਾਂ ਸੱਚ ਪਛਾਣਿਆ, ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਉਹ ਤੇ ਜਪਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ। ਉਹ ਤਾਂ ਗੁਰੂ ਵੱਲ ਮੂੰਹ ਕਰਕੇ ਗੁਰੂ ਦੇ ਰਾਹ ਤੇ ਹੀ ਤੁਰੇ ਰਹਿੰਦੇ ਹਨ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਹੋ, ਜਿਨ ਕੀਤੀ ਸੋ ਪਾਰ ਪਿਆ। ਉਹ ਸਿਫਤ ਸਲਾਹ ਕਰਦੇ ਰਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀ, ਕਿਉਂਕਿ ਸੱਚ ਨੂੰ ਪਛਾਣ ਲੈਂਦੇ ਹਨ, ਕੂੜ ਨੂੰ ਛੱਡ ਦਿੰਦੇ ਹਨ। ਰਾਰੈ ਰਬ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਹੁਣ ਰਾਰੈ ਅੱਖਰ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ, ਪੱਟੀ ਜੋ ਲਿਖੀ ਹੈ ਕਿ ਵਾਹਿਗੁਰੂ ਜੀ ਸਭ ਦੇ ਅੰਤਰ ਰਹਿ ਰਹੇ ਹਨ, ਰਬ ਰਹੇ ਹਨ, ਘਟ ਘਟ ਰਬ ਰਹਿਆ ਬਨਵਾਰੀ। ਜੇਤੇ ਕੀਏ ਜਨਤਾ, ਜਿੰਨੇ ਵੀ ਜੰਤ ਬਣਾਏ ਹਨ, ਜੀਵ ਬਣਾਏ ਹਨ, ਸਾਰਿਆਂ ਦੇ ਵਿੱਚ ਉਹ ਆਪ ਰਹਿ ਰਹੇ ਹਨ। ਮੇਰਾ ਪ੍ਰਭ ਅੰਤਰ ਬੈਠਾ ਵੇਖੈ। ਜੰਤੋ ਪਾਏ ਧੰਦੇ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਜੀ ਜੰਤੋ ਪਾਏ ਕੇ ਜਾਨੀ ਕਿ ਜਨਮ ਦਿੱਤਾ ਹੈ, ਦੁਨੀਆ ਤੇ ਪੈਦਾ ਹੋ ਗਏ ਹਨ, ਕੰਮਾਂ ਧੰਦਿਆਂ ਤੇ ਲੱਗ ਗਏ ਹਨ, ਕਰਮ ਕਰ ਰਹੇ ਹਨ। ਕੰਨਾਂ ਨਾਲ ਕੋਈ ਬਾਣੀ ਸੁਣ ਰਿਹਾ ਹੈ, ਕੋਈ ਨਿੰਦਿਆ ਸੁਣ ਰਿਹਾ ਹੈ, ਅੱਖਾਂ ਕੋਈ ਗੁਰੂ ਦੇ ਦਰਸ਼ਨ ਕਰ ਰਹੀਆਂ ਹਨ, ਕੋਈ ਭੈੜੇ ਪਾਸੇ ਤੱਕ ਰਹੀਆਂ ਹਨ। ਇਹ ਜਿੰਨੇ ਵੀ ਸਰੀਰ ਦੇ ਪਿੰਡ ਦੇ ਅੰਗ ਹਨ, ਜਿੱਧਰ ਜਿੱਧਰ ਮਨ ਨੇ ਲਾਇਆ ਹੋਇਆ ਹੈ, our mind is organizer of the body. At the same time, whatever mind tells the body, body does the same as mind decided. ਜਿਵੇਂ ਮਨ ਕਹਿੰਦਾ ਹੈ ਉਵੇਂ ਕੰਨ ਸੁਣਦੇ ਹਨ, ਅੱਖਾਂ ਦੇਖਦੀਆਂ ਹਨ, ਨੱਕ ਸੁੰਘਦਾ ਹੈ, ਪੈਰ ਉਸ ਪਾਸੇ ਚੱਲਦੇ ਹਨ, ਹੱਥ ਉਹੀਓ ਕਰਦੇ ਹਨ। ਸਾਰਿਆਂ ਜਨਤਾਂ ਦੇ ਵਿੱਚ ਵਾਹਿਗੁਰੂ ਜੀ ਆਪ ਰਹਿ ਰਹੇ ਹਨ। ਜੇ ਗੁਰਬਾਣੀ ਸੁਣਾਂਗੇ, ਜੀ ਜੰਤ ਜਿੰਨੇ ਵੀ ਪੈਦਾ ਕੀਤੇ ਹਨ, ਆਪੋ ਆਪਣੇ ਧੰਦਿਆਂ ਵਿੱਚ ਲੱਗੇ ਹੋਏ ਹੀ ਆਖਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਤੇ ਕਰਮ ਹੋ ਜਾਂਦਾ ਹੈ, ਮਿਹਰ ਹੋ ਜਾਂਦੀ ਹੈ, ਉਹ ਨਾਮ ਲੈਂਦੇ ਹਨ ਕੰਮਾਂ ਧੰਦਿਆਂ ਦੇ ਨਾਲ ਵੀ ਸਤਨਾਮ ਸ੍ਰੀ ਵਾਹਿਗੁਰੂ। ਭਾਗਾਂ ਵਾਲੇ ਹਨ। ਲੱਲੇ ਲਾਏ ਧੰਦੇ ਜਿਨ ਛੋਡੀ, ਮਿੱਠਾ ਮਾਇਆ ਮੋਹ ਕੀਆ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ ਲੱਲੇ ਅੱਖਰ ਦੁਆਰਾ ਕਿ ਦੁਨੀਆ ਧੰਦਿਆਂ ਵਿੱਚ ਮਾਲਕ ਨੇ ਲਾ ਛੱਡੀ ਹੈ ਤੇ ਮਾਇਆ ਦਾ ਮੋਹ ਵੀ ਮਿੱਠਾ ਕਰਕੇ ਲਾ ਦਿੱਤਾ ਹੈ। ਇਹ ਹੁਣ ਭਾਗਾਂ ਦੀ ਖੇਡ ਹੈ। ਮੱਖੀ ਸ਼ਾਇਦ ਮਿੱਠਾ ਚੱਟ ਕੇ ਉੱਡਣ ਜੋਗੀ ਰਵੇ, ਤੇ ਜੇ ਵਿੱਚੇ ਹੀ ਮਰ ਮੁਰ ਗਈ ਮੋਹ ਦੇ ਵਿੱਚ, ਮਿੱਠੇ ਵਿੱਚੇ ਹੀ ਲਿਬੜੀ ਰਹੀ, ਤਾਂ ਵਿੱਚੇ ਹੀ ਮੌਤ ਹੋ ਜਾਂਦੀ ਹੈ ਉਸ ਮੱਖੀ ਦੀ। ਉਹ ਬੰਦਾ ਵੀ ਮੱਖੀ ਵਰਗਾ ਹੈ। ਜੇ ਤਾਂ ਹਿਸਾਬ ਕਿਤਾਬ ਦਾ ਮੋਹ ਹੈ, ਮਿੱਠਾ ਚੱਖ ਵੀ ਲਵੇ, ਖਾ ਵੀ ਲਵੇ, ਤੇ ਵਾਹਿਗੁਰੂ ਦੇ ਘਰ ਵੱਲ ਉੱਡਣ ਜੋਗਾ ਵੀ ਰਵੇ, ਕਿਉਂਕਿ ਬੰਦਾ ਵੀ ਮੱਖੀ ਵਰਗਾ ਹੈ। ਮਾਖੀ ਰਾਮ ਕੀ ਤੂੰ ਮਾਖੀ। ਖਾਣਾ ਪੀਣਾ ਸਮ ਕਰ ਸਹਿਣਾ, ਭਾਣੈ ਤਾਕੈ ਹੁਕਮ ਪਿਆ। ਵਾਹਿਗੁਰੂ ਜੀ ਨੇ, ਅਕਾਲ ਪੁਰਖ ਜੀ ਨੇ ਸਾਰਿਆਂ ਨੂੰ ਆਪੋ ਆਪਣਾ ਖਾਣਾ ਭੋਜਨ ਜੰਮਣ ਵੇਲੇ ਤੱਕ, ਜਦੋਂ ਜਨਮ ਹੁੰਦਾ ਹੈ ਉਦੋਂ ਵੀ ਪਹਿਲਾਂ ਦੁੱਧ ਦੇ ਦਿੱਤਾ ਹੈ। ਸਭ ਮਾਲਕ ਦੇ ਭਾਣੇ ਵਿੱਚ, ਹੁਕਮ ਵਿੱਚ ਜਿਹੜੇ ਜਿਹੜੇ ਰਹਿ ਰਹੇ ਹਨ, ਉਹ ਰਜ਼ਾ ਵਿੱਚ ਹਨ।
ਵਵੈ ਵਾਸ ਦਿਓ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ। ਹੁਣ ਵਵੈ ਅੱਖਰ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਹਨ, ਵਾਹਿਗੁਰੂ ਜੀ ਨੂੰ ਵੇਖਣ ਵਾਸਤੇ ਅਕਾਲ ਪੁਰਖ ਪਰਮੇਸ਼ਰ ਆਪ ਹੀ ਹਨ, ਜਿਨ੍ਹਾਂ ਨੇ ਵੇਖਣ ਕੋ ਜਿਨ ਵੇਸ ਕੀਆ। ਵਾਸਦੇਵ ਵਾਹਿਗੁਰੂ ਜੀ, ਉਹਨਾਂ ਨੇ ਤਾਂ ਹੀ ਇਹ ਦੁਨੀਆ ਰਚੀ ਹੈ। ਦੇਖੋ ਜੀਵ ਮੇਰੇ ਵੱਲ ਵੀ ਆਉਂਦੇ ਹਨ ਕਿ ਨਹੀਂ ਆਉਂਦੇ, ਮੈਨੂੰ ਵੀ ਲੱਭਦੇ ਹਨ ਕਿ ਨਹੀਂ ਲੱਭਦੇ। ਵਵੈ ਵਾਸ ਦਿਓ ਵਾਹਿਗੁਰੂ ਜੀ ਪਰਮੇਸ਼ਰ ਜੀ, ਵੇਖਣ ਕੋ ਜਿਨ ਵੇਸ ਕੀਆ। ਇਹ ਸਭ ਉਹਨਾਂ ਦੀ ਆਪਣੀ ਖੇਡ ਹੈ। ਧਨ ਹਨ ਜਿਹੜੇ ਇਸ ਮੁੰਦਾਵਣੀ ਨੂੰ ਬੁੱਝ ਲੈਂਦੇ ਹਨ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਹਿਆ। ਉਹ ਵੇਖਦੇ ਵੀ ਹਨ, ਚਾਖੈ ਸਭ ਕਿਛ ਜਾਣੈ। ਜਦੋਂ ਨਾਮ ਜਪਦਾ ਹੈ ਬੰਦਾ, ਨਾਮ ਵੀ ਉਹਨਾਂ ਦਾ ਹੈ, ਚੱਖਦੇ ਵੀ ਉਹੀ ਉਹ ਹਨ, ਦਿਲਾਂ ਦੀਆਂ ਵੀ ਉਹੀ ਜਾਣਨ ਵਾਲੇ ਹਨ। ਅੰਤਰ ਬਾਹਰ ਰਵ ਰਹਿਆ, ਵੇਖਦੇ ਚਾਖਦੇ ਹਨ। ਜਿਵੇਂ ਆਮ ਅੱਜ ਕੱਲ੍ਹ ਵੀ ਕਹਿ ਦੇਈਦਾ ਹੈ, ਅਸੀਂ ਵੇਖਦੇ ਚਾਖਦੇ ਹਾਂ, ਅਸੀਂ ਦੇਖਦੇ ਦੁਖਦੇ ਹਾਂ। ਅਕਾਲ ਪੁਰਖ ਜੀ ਵੀ ਦੁਨੀਆ ਨੂੰ ਵੇਖਦੇ ਚਾਖਦੇ ਹਨ, ਕੌਣ ਕੀ ਕਰ ਰਿਹਾ ਹੈ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਹਿਆ। ਅੰਦਰ ਵੀ ਉਹ ਹਨ, ਬਾਹਰ ਵੀ ਉਹ ਹਨ, ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਹਨ। ਅੜਾੜੈ ਰਾੜ ਕਰਹਿ ਕਿਆ ਪ੍ਰਾਣੀ, ਤਿਸੈ ਧਿਆਵੋ ਜੇ ਅਮਰ ਹੋਆ। ਕਿਉਂ ਝਗੜਿਆਂ ਵਿੱਚ ਪਿਆ ਹੋਇਆ ਹੈ? ਅੜਾੜੈ ਅੱਖਰ ਦੁਆਰਾ ਸਮਝਾਉਂਦੇ ਹਨ, ਪ੍ਰਾਣੀ ਉਸ ਵਾਹਿਗੁਰੂ ਜੀ ਨੂੰ ਧਿਆਓ ਤੇ ਅਮਰ ਹੋ ਜਾਓ। ਤਿਸਹਿ ਧਿਆਵੋ ਸੱਚ ਸਮਾਵੋ, ਉਸ ਵਿਟਹੁ ਕੁਰਬਾਨ ਕੀਆ। ਹਾ ਹੈ ਹੋਰ ਨ ਕੋਈ ਦਾਤਾ, ਜੀਉ ਪਾਏ ਜਿਨ ਰਿਜ਼ਕ ਦਿਆ। ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਨ ਦਿਨ ਲਾਹਾ ਹਰ ਨਾਮ ਲਿਆ। ਆਇੜੈ ਆਪ ਕਰੇ ਜਿਨ ਛੋਡੀ, ਜੋ ਕਿਛ ਕਰਨਾ ਸੋ ਕਰ ਰਹਿਆ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਏਵ ਕਹਿਆ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਇਵ ਕਹਿਆ। ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਦਾਸ ਦਿਲਬਾਗ ਸਿੰਘ ਪਾਸੋਂ ਕਈ ਭੁੱਲਾਂ ਹੋ ਗਈਆਂ ਹਨ। ਸਤਿਗੁਰ ਜੀ ਸਾਧ ਸੰਗਤ ਜੀ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।